वर्ड मीडिया USA ਤੇ ਤੁਹਾਡਾ ਸਵਾਗਤ ਹੈ। ਕਹਾਣੀਆਂ ਦੇ ਹਫ਼ਤਾਵਾਰ ਪ੍ਰੋਗਰਾਮ ਵਿੱਚ ਪੇਸ਼ ਕਰ ਰਹੇ ਹਾਂ ਰਾਮਪਾਲ ਦੀ ਲਿਖੀ ਕਹਾਣੀ ਅਜਨਬੀ। ਇਸ ਨੂੰ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ ਮਹਿੰਦਰ ਬੇਦੀ ਹੋਰਾਂ। ਕਹਾਣੀ ਪੇਸ਼ ਕਰ ਰਹੇ ਨੇ ਹਰਮੇਲਪ੍ਰੀਤ। ਕਲਰਕ ਨੇ ਕਾਗਜ਼ਾਂ ਦਾ ਪੁਲੰਦਾ ਦਸਤਖਤਾਂ ਲਈ ਰੱਖਿਆ। ਮੈਂ ਓਪਰੀ ਜਿਹੀ ਨਿਗਾਹ ਨਾਲ ਸਰਕਾਰੀ ਚਿੱਠੀਆਂ ਵੱਲ ਦੇਖਿਆ ਤੇ ਮਸ਼ੀਨੀ ਅੰਦਾਜ਼ ਵਿੱਚ ਸਰਕਾਰੀ ਚਿੱਠੀਆਂ 'ਤੇ ਆਪਣਾ ਨਾਮ ਲਿਖਣ ਲੱਗ ਪਿਆ। ਬਹੁਤ ਸਾਰੇ ਖੱਤ ਅਜਨਬੀਆਂ ਦੇ ਨਾਂ ਸਨ ਜਿਨ੍ਹਾਂ ਲਈ ਮੈਂ ਅਜਨਬੀ ਸਾਂ। ਕੇਵਲ ਸਰਕਾਰੀ ਤੌਰ 'ਤੇ ਉਹ ਮੇਰੇ ਲਈ ਮਾਈ ਡੀਅਰ ਸਨ ਅਤੇ ਮੈਂ ਉਹਨਾਂ ਦਾ ਹਿੱਤੂ। ਸ਼ਕਲ ਤੋਂ ਨਾਵਾਕਿਫ, ਆਦਤ ਤੋਂ ਅਣਜਾਣ। ਦਫ਼ਤਰੀ ਕੰਮਾਂ ਵਿੱਚ ਅਜਿਹਾ ਹੁੰਦਾ ਹੀ ਹੈ। ਇਹ ਰੋਜ਼ਾਨਾ ਜ਼ਿੰਦਗੀ ਦਾ ਨਿਯਮ ਹੈ। ਇੰਨੀ ਵੱਡੀ ਦੁਨੀਆ ਵਿੱਚ ਕੌਣ ਕਿਸੇ ਨੂੰ ਯਾਦ ਰੱਖਦਾ ਹੈ। ਕਲਰਕ ਨੇ ਮਸ਼ੀਨੀ ਅੰਦਾਜ਼ ਵਿੱਚ ਕਾਗਜ਼ ਚੁੱਕੇ ਕਠਪੁਤਲੀ ਵਾਂਗ ਸਲਾਮ ਕੀਤਾ ਅਤੇ ਚਲਾ ਗਿਆ। ਚਪੜਾਸੀ ਨੇ ਕਿਹਾ, ਜਨਾਬ, ਇੱਕ ਸਿਪਾਹੀ ਪੇਸ਼ ਹੋਣਾ ਚਾਹੁੰਦਾ ਹੈ। ਮੈਂ ਸਿਰ ਹਿਲਾ ਕੇ ਆਉਣ ਦਾ ਇਸ਼ਾਰਾ ਕੀਤਾ। ਦਰਵਾਜ਼ਾ ਖੁੱਲ੍ਹਿਆ। ਦੋਵੇਂ ਅੱਡੀਆਂ ਇੱਕ ਦੂਜੀ ਨਾਲ ਟਕਰਾਈਆਂ। ਪੂਰੀ ਬਾਂਹ ਸਲਾਮ ਲਈ ਉੱਪਰ ਉੱਠੀ ਅਤੇ ਸਤਿਕਾਰ ਨਾਲ ਹੌਲੀ ਜਿਹੀ ਕਿਹਾ, ਜਨਾਬ, 7 ਦਿਨ ਦੀ ਛੁੱਟੀ ਚਾਹੀਦੀ ਹੈ। ਮਾਂ ਬਿਮਾਰ ਹੈ। ਅਰਦਲੀ ਨੇ ਅਰਜ਼ੀ ਮੇਰੇ ਸਾਹਮਣੇ ਰੱਖੀ। ਮੈਂ ਕੁਝ ਪਲ ਉਸ ਵੱਲ ਵੇਖਿਆ ਅਤੇ ਫਿਰ ਕਾਗਜ਼ ਉੱਤੇ ਲਿਖ ਦਿੱਤਾ, ਮਨਜ਼ੂਰ। ਇਹ ਹਰ ਰੋਜ਼ ਦਾ ਡਰਾਮਾ ਹੈ। ਸੂਰਜ ਆਪਣੀ ਥਾਂ 'ਤੇ ਖੜ੍ਹਾ ਰਹਿੰਦਾ ਹੈ ਅਤੇ ਛੋਟੇ ਮੋਟੇ ਗ੍ਰਹਿ ਉਸ ਦੇ ਆਸੇ ਪਾਸੇ ਘੁੰਮਦੇ ਰਹਿੰਦੇ ਹੈ। ਜਿਸ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਉੱਥੇ ਦਿਨ ਚੜ੍ਹ ਜਾਂਦਾ ਹੈ। ਬੇਆਸ ਦੇ ਦਿਲ ਅਤੇ ਦਿਮਾਗ 'ਤੇ ਹਨੇਰਾ ਛਾ ਜਾਂਦਾ ਹੈ। ਮਤਾਹਿਤ ਪੇਸ਼ ਹੁੰਦਾ ਹੈ। ਅਫਸਰ ਛੁੱਟੀ ਮਨਜ਼ੂਰ ਕਰਦਾ ਹੈ। ਹਰ ਥਾਂ ਅਜਿਹਾ ਹੁੰਦਾ ਹੈ। ਨਾ ਇਸ ਵਿੱਚ ਕੋਈ ਨਵੀਂ ਗੱਲ ਹੈ, ਨਾ ਕੋਈ ਅਜੂਬਾ। ਸਰਕਾਰੀ ਤੌਰ 'ਤੇ ਸਿਪਾਹੀ ਅਤੇ ਅਫਸਰ ਦਾ ਰਿਸ਼ਤਾ ਖੂਨ ਦਾ ਨਹੀਂ ਹੁੰਦਾ, ਕਾਨੂੰਨ ਦਾ ਹੁੰਦਾ ਹੈ। ਉਹ ਇੱਕ ਦੂਜੇ ਦੇ ਨੇੜੇ ਹੁੰਦੇ ਹੋਏ ਵੀ ਇੱਕ ਦੂਜੇ ਤੋਂ ਦੂਰ ਰਹਿੰਦੇ ਨੇ। ਅਫਸਰ ਮਤਾਹਿਤ ਦਾ ਕੰਮ ਵੇਖਦਾ ਹੈ। ਉਸ ਨੂੰ ਉਸ ਦੇ ਜਜ਼ਬਾਤ ਨਾਲ ਕੋਈ ਵਾਸਤਾ ਨਹੀਂ ਹੁੰਦਾ। ਕਦੀ ਕਿਸੇ ਵੇਲੇ ਕਿਸੇ ਦਾ ਕੋਈ ਵੀ ਬਿਮਾਰ ਹੋ ਜਾਂਦਾ ਹੈ, ਮਾਂ, ਭੈਣ, ਪਤਨੀ, ਭਰਾ, ਬਾਪ, ਬੇਟਾ। ਪਰ ਇਹ ਰਿਸ਼ਤੇ ਉਸ ਦੇ ਨਿੱਜੀ ਹੁੰਦੇ ਹੈ, ਵਿਭਾਗੀ ਨਹੀਂ। ਬਿਮਾਰੀ ਅਤੇ ਮੌਤ ਕੁਦਰਤ ਦਾ ਕਾਨੂੰਨ ਹੈ, ਸਰਕਾਰ ਦਾ ਨਹੀਂ। ਪਰ ਮੈਂ 30 ਸਾਲ ਪਹਿਲਾਂ ਦੀ ਗੱਲ ਕਿਵੇਂ ਭੁੱਲ ਗਿਆ? ਮੈਨੂੰ ਆਪ ਇਸ ਦੀ ਹੈਰਾਨੀ ਹੈ। ਜਦੋਂ ਕਿ ਸਾਡੇ ਪਿਛਲੇ ਪਿੰਡ, ਜਿਹੜਾ ਹੁਣ ਪਾਕਿਸਤਾਨ ਵਿੱਚ ਹੈ, ਮੈਂ ਇਸ ਸਿਪਾਹੀ ਦੀ ਮਾਂ ਨੂੰ ਚਾਚੀ ਕਹਿੰਦਾ ਹੁੰਦਾ ਸਾਂ। ਮੇਰੀ ਮਾਂ ਨਾਲ ਉਸ ਦਾ ਸਹੇਲਪੁਣਾ ਸੀ। ਛੋਟੇ ਜਿਹੇ ਪਿੰਡ ਵਿੱਚ ਛੋਟੇ ਛੋਟੇ ਰਿਸ਼ਤੇ ਕਿੰਨੇ ਮਹੱਤਵਪੂਰਨ ਸਨ। ਉਸ ਵੇਲੇ ਮੈਂ 21-22 ਵਰ੍ਹਿਆਂ ਦਾ ਸਾਂ ਅਤੇ ਇਹ ਸਿਪਾਹੀ ਕੋਈ 5 ਸਾਲ ਦਾ। ਇੱਕ ਵਾਰੀ ਮੇਰੀ ਮਾਂ ਬਿਮਾਰ ਹੋ ਗਈ ਤਾਂ ਇਸ ਔਰਤ ਨੇ ਕਈ ਰਾਤਾਂ ਮੇਰੀ ਮਾਂ ਦੇ ਸਰਾਣੇ ਬੈਠਿਆਂ ਜਾ ਕੇ ਕੱਢੀਆਂ ਅਤੇ ਸਿਪਾਹੀ ਦਾ, ਜਿਹੜਾ ਉਦੋਂ ਬੱਚਾ ਸੀ, ਮੈਂ ਧਿਆਨ ਰੱਖਦਾ ਸਾਂ। ਉਹ ਰਹਿੰਦਾ ਅਤੇ ਸੌਂਦਾ ਵੀ ਮੇਰੇ ਨਾਲ ਹੀ ਸੀ। ਪਰ ਹੁਣ ਉਹ ਮਾਤਹਿਤ ਹੈ ਅਤੇ ਮੈਂ ਉਸ ਦਾ ਅਫਸਰ। ਮੈਂ ਉਸ ਨੂੰ ਕਿਵੇਂ ਪੁੱਛਦਾ, ਚਾਚੀ ਨੂੰ ਕੀ ਹੋ ਗਿਆ? ਮੈਂ ਵੀ ਛੁੱਟੀ ਲੈ ਕੇ ਚੱਲਾਂ? ਸਾਨੂੰ ਦੋਵਾਂ ਨੂੰ ਇਸ ਗੱਲ ਦਾ ਅਹਿਸਾਸ ਸੀ। ਦੋਵਾਂ ਦੇ ਦਿਲ ਵਿੱਚ ਪੁਰਾਣੇ ਰਿਸ਼ਤਿਆਂ ਦੀਆਂ ਤੰਦਾਂ ਮੌਜੂਦ ਸਨ, ਪਰ ਸਮੇਂ ਦੇ ਗੇੜ ਨੇ ਇਹਨਾਂ ਨੂੰ ਇੰਨੀਆਂ ਕੱਚੀਆਂ ਅਤੇ ਬੋਦੀਆਂ ਕਰ ਦਿੱਤਾ ਕਿ ਇਹਨਾਂ ਤੋਂ ਡੋਰ ਨਹੀਂ ਸੀ ਵੱਢੀ ਜਾ ਸਕਦੀ। ਸਾਡੇ ਦੋਵਾਂ ਦੇ ਵਿਚਕਾਰ ਨੌਕਰੀ ਦੇ ਕਾਇਦੇ ਕਾਨੂੰਨ ਦੀ ਕਿਤਾਬ ਰੁਕਾਵਟ ਬਣੀ ਹੋਈ ਸੀ। ਸਮੇਂ ਦੇ ਹਿਸਾਬ ਨਾਲ ਅਸੀਂ ਦੋਵੇਂ ਹੁਣ ਅਜਨਬੀ ਸਾਂ। ਸਮਾਂ ਆਪਣੇ ਰਾਹ 'ਤੇ ਚੱਲਦਾ ਰਹਿੰਦਾ ਹੈ ਅਤੇ ਅਸੀਂ ਉਸ ਦੇ ਨਾਲ ਨਾਲ। ਪੁਰਾਣੀਆਂ ਯਾਦਾਂ ਥੋੜ੍ਹੀ ਦੇਰ ਲਈ ਇਸ ਪਰਵਾਹ ਨੂੰ ਬੰਨ੍ਹ ਲਾਉਣ ਦਾ ਯਤਨ ਕਰਦੀਆਂ ਨੇ, ਪਰ ਬੇਅਰਥ। ਸੈਂਕੜੇ ਲੋਕ ਰਾਹ ਵਿੱਚ ਮਿਲਦੇ ਨੇ ਅਤੇ ਕੁਝ ਦੂਰ ਚੱਲ ਕੇ ਵਿਛੜ ਜਾਂਦੇ ਨੇ। ਕਦੀ ਕਦੀ ਜ਼ਿੰਦਗੀ ਦੀ ਤੇਜ਼ ਹਵਾ ਇੱਕੋ ਟਹਿਣੀ ਤੋਂ ਡਿੱਗੇ ਹੋਏ ਪੱਤਿਆਂ ਨੂੰ ਨੇੜੇ ਲੈ ਆਉਂਦੀ ਹੈ, ਪਰ ਉਹ ਇੱਕ ਦੂਜੇ ਤੋਂ ਬਿਲਕੁਲ ਬੇਗਾਨੇ ਹੁੰਦੇ ਨੇ। ਕਹਿੰਦੇ ਨੇ 7 ਸਾਲਾਂ ਪਿੱਛੋਂ ਸੋਚ ਬਦਲ ਜਾਂਦੀ ਹੈ ਅਤੇ 30 ਸਾਲ ਪਿੱਛੋਂ ਨਸਲ। ਕੁਝ ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਸਾਡੇ ਦਿਲ ਅਤੇ ਜਾਨ ਦਾ ਹਿੱਸਾ ਸਨ, ਅੱਜ ਉਹਨਾਂ ਲਈ ਦਿਲ ਵਿੱਚ ਕੋਈ ਥਾਂ ਨਹੀਂ। ਇਹਦੇ ਬਾਵਜੂਦ ਪਤਾ ਨਹੀਂ ਕਿਸ ਕੋਨੇ ਵਿੱਚੋਂ ਉਹਨਾਂ ਦੀ ਯਾਦ ਦਿਲ ਵਿੱਚ ਚੁੰਡੀ ਜਿਹੀ ਭਰਦੀ ਹੈ ਅਤੇ ਓਪਰੇ ਜਿਹੇ ਦਿਲ ਨਾਲ ਅਸੀਂ ਪ੍ਰਗਟ ਕਰਦੇ ਹਾਂ ਕਿ ਉਹਨਾਂ ਦੀ ਸਾਨੂੰ ਕੋਈ ਪਰਵਾਹ ਨਹੀਂ। ਅਜੀਬ ਗੱਲ ਹੈ ਕਿ ਬੰਦਾ ਸਾਰੀ ਉਮਰ ਸਵੈ ਨਿਰਮਾਣ ਵਿੱਚ ਲੱਗਾ ਰਹਿੰਦਾ ਹੈ। ਪ੍ਰਗਟ ਅਤੇ ਅਪਰਗਟ ਦੇ ਭੇਦ ਦਾ ਨਾਂ ਹੀ ਸੰਸਕ੍ਰਿਤੀ ਹੈ। ਦੁਨੀਆ ਅਸਲ ਵਿੱਚ ਇੱਕ ਰੰਗਮੰਚ ਹੈ। ਜਦੋਂ ਮਾਂ ਬਿਮਾਰੀ ਤੋਂ ਠੀਕ ਹੋਈ ਤਾਂ ਦੂਜੀ ਵੱਡੀ ਜੰਗ ਜ਼ੋਰਾਂ 'ਤੇ ਸੀ। ਇੱਕ ਚੰਗੀ ਸਿਹਤ ਵਾਲੇ ਗ੍ਰੈਜੂਏਟ ਲਈ ਲੈਫਟੀਨੈਂਟ ਬਣਨਾ ਔਖਾ ਨਹੀਂ ਸੀ ਅਤੇ ਘਰ ਦੀ ਆਰਥਿਕ ਹਾਲਤ ਦੀ ਵੀ ਇਹੋ ਮੰਗ ਸੀ। ਅਤੇ ਮੈਂ ਜਦੋਂ ਮੋਢਿਆਂ ਉੱਤੇ ਸਟਾਰ ਲਗਾ ਕੇ ਵਾਪਸ ਮੁੜਿਆ ਤਾਂ ਫੌਜੀਆਂ ਦੀਆਂ ਕੁਝ ਵਿਸ਼ੇਸ਼ ਆਦਤਾਂ ਵੀ ਨਾਲ ਲੈ ਆਇਆ। ਜਦੋਂ ਉਸ ਨੂੰ ਮਿਲਣ ਲਈ ਗਿਆ ਤਾਂ ਉਸਨੇ ਮੇਰੇ ਮੂੰਹ ਵਿੱਚੋਂ ਸਿਗਰਟ ਕੱਢ ਕੇ ਆਪ ਦੇ ਸੈਂਡਲ ਨਾਲ ਮਸਲ ਕੇ ਕਿਹਾ, ਇਹ ਭੈੜੀ ਆਦਤ ਕਿੱਥੋਂ ਸਿੱਖ ਆਏ ਹੋ? ਮੈਂ ਕੀ ਕਹਿੰਦਾ? ਮੈਂ ਉਸ ਦੇ ਦੋਵੇਂ ਹੱਥ ਫੜ ਕੇ ਕਿਹਾ,
ਵਾਅਦਾ ਕਰਦਾ ਅੱਗੇ ਤੋਂ ਕਦੇ ਵੀ ਨਹੀਂ ਪੀਵਾਂਗਾ। ਪੱਕਾ? ਪੱਕਾ। ਪਰ ਵਾਅਦੇ ਕਿਹੜਾ ਲੋਹੇ ਦੇ ਬਣੇ ਹੁੰਦੇ ਆ। ਜਦੋਂ ਮੈਂ 1945 'ਚ ਜੰਗ ਖਤਮ ਹੋਣ 'ਤੇ ਵਾਪਸ ਮੁੜਿਆ ਤਾਂ ਉਹ ਪਰਾਈ ਹੋ ਚੁੱਕੀ ਸੀ। ਪਤਾ ਨਹੀਂ ਕਿਉਂ ਮੈਂ 3 ਸਾਲ ਪਿੱਛੋਂ ਫਿਰ ਸਿਗਰਟ ਸੁਲਗਾ ਲਈ, ਜਿਵੇਂ ਉਸ ਤੋਂ ਮਾਨਸਿਕ ਬਦਲਾ ਲੈ ਰਿਹਾ ਹੋਵਾਂ ਆਪਣੇ ਆਪ ਨੂੰ ਫੂਕ ਕੇ। ਕਈ ਵਾਰ ਲਾਚਾਰ ਅਤੇ ਮਜਬੂਰ ਇਨਸਾਨ ਬੜੀਆਂ ਘਟੀਆਂ ਹਰਕਤਾਂ ਕਰਦਾ ਹੈ, ਹੋਸ਼ੇ ਹਥਿਆਰਾਂ 'ਤੇ ਉਤਰ ਆਉਂਦਾ ਹੈ। ਆਤਮ ਹੱਤਿਆ ਵੀ ਅਜਿਹੇ ਹੀ ਲੋਕ ਕਰਦੇ ਹੈ। ਪਰ ਸ਼ਾਇਦ ਫੌਜ ਵਿੱਚ ਇੰਨਾ ਖੂਨ ਖਰਾਬਾ ਵੇਖਿਆ ਸੀ ਕਿ ਮੌਤ ਤੋਂ ਦਿਲ ਭਰ ਗਿਆ ਸੀ। ਫਿਰ ਵੀ ਜਿਉਂਦਾ ਇਨਸਾਨ ਕੁਝ ਨਾ ਕੁਝ ਕਰਨ ਦੇ ਬਹਾਨੇ ਜ਼ਿੰਦਗੀ ਦੀਆਂ ਪਗਡੰਡੀਆਂ 'ਤੇ ਤੁਰ ਪੈਂਦਾ ਹੈ। ਨਵੇਂ ਸ਼ੌਕ ਬਣਦੇ ਨੇ, ਪੁਰਾਣੀਆਂ ਆਦਤਾਂ ਵਿਗੜਦੀਆਂ ਨੇ, ਅਜੀਬ ਗੱਲਾਂ ਆਪਣੇ ਆਪ ਪੈਦਾ ਹੋ ਜਾਂਦੀਆਂ ਨੇ। ਫੌਜ ਤੋਂ ਸਿਵਲ ਵਿੱਚ ਆ ਗਿਆ। ਦਿਲ ਪਹਿਲਾਂ ਹੀ ਫੱਟੜ ਸੀ। ਮਹਿਕਮਾ ਵੀ ਅਜਿਹਾ ਮਿਲਿਆ ਜਿੱਥੇ ਮੇਰੇ ਚਾਰੇ ਪਾਸੇ ਦੁੱਖ ਸੀ। ਬੁਝੇ ਦੱਬੇ ਅਰਮਾਨ, ਮੱਥੇ 'ਤੇ ਕਲੰਕ ਦਾ ਨਿਸ਼ਾਨ। ਇਉਂ ਲੱਗਣ ਲੱਗਾ ਜਿਵੇਂ ਮੈਂ ਉਹਨਾਂ ਦਾ ਹਾਕਮ ਨਹੀਂ, ਸਗੋਂ ਉਹਨਾਂ ਵਿੱਚੋਂ ਇੱਕ ਹੋਵਾਂ। ਬਿਮਾਰ ਆਦਮੀ ਦਵਾਈ ਭਾਲਦਾ ਹੈ, ਗਮ ਦਾ ਮਾਰਿਆ ਤਸੱਲੀ। ਮੈਂ ਉਹਨਾਂ ਦੀਆਂ ਦੁੱਖਾਂ ਭਰੀਆਂ ਕਹਾਣੀਆਂ ਸੁਣੀਆਂ ਤਾਂ ਦਿਲ ਦੀ ਚੀਸ ਮਿਟਾਉਣ ਲਈ ਕਿਤਾਬਾਂ ਦਾ ਆਸਰਾ ਲਿਆ। ਕਲਮ ਸੰਭਾਲੀ, ਸਮਾਜ ਸੁਧਾਰ 'ਤੇ ਲਿਖਿਆ। ਕੁਝ ਐਸੇ ਪੁਰਸ਼ਾਂ ਨਾਲ ਵੀ ਗੱਲਬਾਤ ਹੋਈ ਜੋ ਇਸ ਰਾਹ ਦੇ ਰਾਹੀ ਸਨ। ਗੱਲ ਕੀ, ਸਮੇਂ ਦੇ ਨਾਲ ਮੇਰਾ ਨਾਂ ਉੱਭਰਦਾ ਗਿਆ। ਇਸ ਸੰਬੰਧ ਵਿੱਚ ਇੱਕ ਸੈਮੀਨਾਰ ਸੀ, ਮੈਨੂੰ ਵੀ ਬੁਲਾਇਆ ਗਿਆ। ਬਹੁਤ ਸਾਰੇ ਪ੍ਰਸਿੱਧ ਵਿਅਕਤੀ ਬੁਲਾਏ ਹੋਏ ਸਨ। ਪ੍ਰਧਾਨਗੀ ਕੋਈ ਮਿਸਿਜ਼ ਵਰਮਾ ਕਰ ਰਹੇ ਸਨ। ਆਮ ਤੌਰ 'ਤੇ ਔਰਤਾਂ ਇਸ ਖੇਤਰ ਵਿੱਚ ਅੱਗੇ ਨੇ। ਇਸ ਦਾ ਕਾਰਨ ਭਾਵੇਂ ਮਮਤਾ ਹੋਵੇ ਜਾਂ ਸਮੇਂ ਅਤੇ ਧਨ ਦਾ ਵਾਧੂ ਹੋਣਾ, ਜਾਂ ਕਈ ਵਾਰ ਸਿਰਫ ਫੈਸ਼ਨ ਹੀ। ਇਸ ਲਈ ਕਿਸੇ ਔਰਤ ਦੀ ਪ੍ਰਧਾਨਗੀ 'ਤੇ ਮੈਨੂੰ ਹੈਰਾਨੀ ਨਹੀਂ ਹੋਈ। ਸੋਚਿਆ ਹੋਵੇਗੀ ਕੋਈ। ਨਾਂ ਨਾਲ ਜਾਣ ਪਛਾਣ ਸੀ, ਉਹ ਵੀ ਸਰਸਰੀ ਜਿਹੀ। ਮੇਰੇ ਇੱਕ ਜਾਣਕਾਰ ਨੇ ਉਹਨਾਂ ਨਾਲ ਜਾਣ ਪਛਾਣ ਕਰਵਾਈ। ਇਹ ਨੇ ਸਾਡੇ ਪ੍ਰਧਾਨ ਮਿਸਿਜ਼ ਯੂ ਵਰਮਾ। ਅਤੇ ਫਿਰ ਉਹਨਾਂ ਮੇਰੇ ਵੱਲ ਵੇਖ ਕੇ ਕਿਹਾ, ਇਹ ਹਨ ਸਾਡੇ ਪ੍ਰਸਿੱਧ ਸਮਾਜ ਸੁਧਾਰਕ ਅਤੇ ਫਿਲਮਕਾਰ ਸ਼੍ਰੀ ਐਸ ਸ਼ਰਮਾ। ਅਸੀਂ ਦੋਵੇਂ ਇੱਕ ਦੂਜੇ ਨੂੰ ਵੇਖ ਰਹੇ ਸਾਂ। ਸੰਨ 44 ਅਤੇ 69 ਵਿੱਚ 25 ਸਾਲਾਂ ਦਾ ਫਰਕ ਹੈ। ਲੰਮੇ ਸਮੇਂ ਵਿੱਚ ਜ਼ਮਾਨਾ ਕਿੱਥੋਂ ਦਾ ਕਿੱਥੇ ਚਲਾ ਗਿਆ। ਜਦੋਂ ਉਹਨਾਂ ਨੇ ਮੈਨੂੰ ਧਿਆਨ ਨਾਲ ਵੇਖਣ ਲਈ ਐਨਕ ਉਤਾਰ ਕੇ ਉਸਦੇ ਮੋਟੇ ਸ਼ੀਸ਼ੇ ਸਾਫ਼ ਕੀਤੇ ਤਾਂ ਮੈਂ ਉਹਨਾਂ ਮੋਟੀਆਂ ਅੱਖਾਂ ਨੂੰ ਵੇਖਿਆ, ਜਿਨ੍ਹਾਂ ਵਿੱਚ ਕਈ ਵਾਰ ਮੈਂ ਡੁੱਬ ਜਾਂਦਾ ਹੁੰਦਾ ਸਾਂ, ਪਰ ਅਜੇ ਉਹਨਾਂ ਵਿੱਚ ਤੂਫਾਨ ਸਿਮਟਿਆ ਹੋਇਆ ਸੀ। ਮੈਂ ਡਰਿਆ ਤਾਂ ਨਹੀਂ, ਝਿਜਕ ਜ਼ਰੂਰ ਗਿਆ ਸਾਂ। ਫਿਰ ਮੈਂ ਵੇਖਿਆ ਉਹਨਾਂ ਅੱਖਾਂ ਦੀ ਡੂੰਘਾਈ ਵਿੱਚ ਹੈਰਾਨੀ ਸੀ। ਦੋਵੇਂ ਤਰਬਕੇ, ਦੋਵੇਂ ਸੰਭਲੇ। ਉਹਨਾਂ ਨੇ ਇੱਕ ਅਜੀਬ ਲਹਿਜੇ ਵਿੱਚ ਕਿਹਾ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਮੈਨੂੰ ਪਤਾ ਨਹੀਂ ਇਸ ਮੁਲਾਕਾਤ ਤੋਂ ਖੁਸ਼ੀ ਹੋਈ ਜਾਂ ਗਮ, ਪਰ ਇਸ ਜਜ਼ਬਾਤੀ ਹਾਲਾਤ 'ਤੇ ਕਾਬੂ ਪਾਉਣ ਲਈ ਮੈਂ ਨਾ ਚਾਹੁੰਦੇ ਹੋਏ ਵੀ ਸਿਗਰਟ ਸੁਲਗਾ ਲਈ। ਪਰ ਇਸ ਵਾਰ ਉਹਨਾਂ ਨੇ ਇਹ ਨਾ ਪੁੱਛਿਆ ਕਿ ਇਹ ਭੈੜੀ ਆਦਤ ਮੈਂ ਕਿੱਥੋਂ ਸਿੱਖ ਲਈ ਹੈ। ਭਲਾ ਅਜਨਬੀ ਇੱਕ ਦੂਜੇ ਦੀਆਂ ਆਦਤਾਂ 'ਤੇ ਕਿਉਂ ਨੁਕਤਾਚੀਨੀ ਕਰਨਗੇ। ਅਤੇ ਵਾਅਦੇ ਸਮੇਂ ਦੇ ਨਾਲ ਕੱਚੇ ਪੱਕੇ ਹੁੰਦੇ ਰਹਿੰਦੇ ਹੈ। 3 ਦਿਨਾਂ ਦੇ ਸੈਮੀਨਾਰ ਵਿੱਚ ਉਹ ਸਿਰਫ ਵਕਤਾ ਹੀ ਸੀ ਅਤੇ ਮੈਂ ਸਰੋਤਾ। ਪ੍ਰਧਾਨਗੀ ਦੀ ਕੁਰਸੀ 'ਤੇ ਉਹ ਰੋਹਬ ਨਾਲ ਬੈਠੇ ਸਨ। ਸਾਰਿਆਂ ਵਿੱਚੋਂ ਅਦੁੱਤੀ, ਗਿਣਤੀ ਮਿਣਤੀ ਦੇ ਸ਼ਬਦਾਂ 'ਚ ਹਰ ਬੋਲਣ ਵਾਲੇ ਦੀ ਜਾਣ ਪਛਾਣ ਕਰਵਾਉਂਦੇ, ਸਰਕਾਰ ਤੋਂ ਸਹਾਇਤਾ ਦੀ ਇੱਛਾ ਪ੍ਰਗਟ ਕਰਦੇ ਅਤੇ ਲੋਕਾਂ ਤੋਂ ਮਿਲਵਰਤਨ ਦੀ ਆਸ। ਮੈਂਬਰਾਂ ਨੂੰ ਸਰਗਰਮ ਹੋਣ ਦੀ ਨਸੀਹਤ। ਮੇਰੇ ਭਾਸ਼ਣ ਦੇ ਮੌਕੇ 'ਤੇ ਵੀ ਉਹਨਾਂ ਨੇ ਮੇਰੀ ਜਾਣ ਪਛਾਣ ਕਰਵਾਉਣ ਲਈ ਮੇਰੇ ਜਾਣਕਾਰ ਦੇ ਸ਼ਬਦ ਉਧਾਰੇ ਲੈ ਲਏ। ਆਖਰ ਮੈਂ ਸੀ ਕੌਣ? ਬੁਲਾਏ ਹੋਏ ਡੈਲੀਗੇਟਾਂ ਵਿੱਚੋਂ ਇੱਕ। ਸੈਮੀਨਾਰ ਦੇ ਅਖੀਰ ਵਿੱਚ ਇੱਕ ਵਿਦਾਇਗੀ ਮੀਟਿੰਗ ਹੋਈ। ਮਿਸਿਜ਼ ਵਰਮਾ ਹਰੇਕ ਮੈਂਬਰ ਨਾਲ ਸਮਾਜ ਸੁਧਾਰ ਦੇ ਵਿਸ਼ੇ 'ਤੇ ਕੁਝ ਕੁ ਸ਼ਬਦਾਂ 'ਚ ਵਿਚਾਰ ਵਟਾਂਦਰਾ ਕਰ ਰਹੇ ਸਨ। ਚਿਹਰੇ ਉੱਤੇ ਇੱਕ ਦਿਲ ਖਿੱਚਵੀਂ ਮੁਸਕਾਨ ਸੀ। ਕਿਉਂ ਨਾ ਹੋਵੇ, ਇਹ ਸੈਮੀਨਾਰ ਬਹੁਤ ਸਫਲ ਹੋਇਆ ਸੀ। ਅਖਬਾਰਾਂ ਵਿੱਚ ਇਸ ਨੂੰ ਮੋਟੀਆਂ ਸੁਰਖੀਆਂ ਦੇ ਕੇ ਛਾਪਿਆ ਗਿਆ ਸੀ। ਸਰਕਾਰ ਨੇ ਸਹਾਇਤਾ ਦਾ ਵਾਅਦਾ ਕੀਤਾ ਸੀ। ਮੈਂਬਰਾਂ ਨੇ ਉਹਨਾਂ ਦੀ ਸ਼ਲਾਘਾ ਕੀਤੀ ਸੀ, ਕਿਉਂਕਿ ਇਹ ਸਭ ਉਹਨਾਂ ਦੀ ਮਿਹਨਤ ਦਾ ਫਲ ਸੀ। ਹਰੇਕ ਆਦਮੀ ਖੁਸ਼ ਸੀ। ਮੈਂ ਵੀ ਇੱਕ ਪਾਸੇ ਚਾਹ ਦੀ ਪਿਆਲੀ ਫੜੀ ਖੜਾ ਸਾਂ। ਪਰ ਜਦੋਂ ਮਿਸਿਜ਼ ਵਰਮਾ ਮੇਰੇ ਕੋਲ ਆਏ ਤਾਂ ਪਤਾ ਨਹੀਂ ਉਹਨਾਂ ਦੀ ਸੁੰਦਰ ਮੁਸਕਾਨ ਇੱਕਦਮ ਬੁਝ ਕਿਉਂ ਗਈ। ਬਹੁਤ ਨੇੜੇ ਆ ਕੇ ਕੰਨ ਵਿੱਚ ਕਹਿਣ ਲੱਗੇ, ਤੁਹਾਡੇ ਕਿੰਨੇ ਬੱਚੇ ਨੇ ਸੁਰੇਸ਼? ਮੈਨੂੰ ਮੇਰਾ ਨਾਂ ਲੈ ਕੇ ਬਹੁਤ ਦੇਰ ਪਿੱਛੋਂ ਕਿਸੇ ਨੇ ਬੁਲਾਇਆ ਸੀ। ਉਂਝ ਤਾਂ ਕਹਿੰਦੇ ਨੇ ਕਿ ਨਾਂ ਵਿੱਚ ਕੀ ਪਿਆ ਹੈ, ਪਰ ਪਤਾ ਨਹੀਂ ਕਿਉਂ ਕਦੀ ਆਪਣਾ ਨਾਂ ਆਪਣਿਆਂ ਦੇ ਮੂੰਹੋਂ ਸੁਣ ਕੇ ਸੁਆਦ ਜਿਹਾ ਆਉਂਦਾ ਹੈ, ਜਿਵੇਂ ਇਸ ਵਿੱਚ ਨੇੜਤਾ ਹੋਵੇ। ਪਰ ਜੇ ਕੋਈ ਘਟਨਾ, ਚਾਹੇ ਉਹ ਚੰਗੀ ਹੋਵੇ, ਇੱਕਦਮ ਵਾਪਰ ਜਾਵੇ ਤਾਂ ਆਦਮੀ ਉਲਝ ਜਿਹਾ ਜਾਂਦਾ ਹੈ। ਮੈਂ ਉਹਨਾਂ ਦੇ ਬੁਲਾਉਣ ਦੇ ਇਸ ਢੰਗ ਉੱਤੇ ਖੁਸ਼ ਵੀ ਸੀ ਅਤੇ ਹੈਰਾਨ ਵੀ।
ਪਰ ਇੱਕਦਮ ਆਪਦੇ ਜਜ਼ਬਾਤ ਉੱਤੇ ਕਾਬੂ ਪਾ ਕੇ ਉਹਨਾਂ ਵੱਲ ਧਿਆਨ ਨਾਲ ਦੇਖਿਆ ਤੇ ਮੇਰੇ ਮਨ ਵਿੱਚ ਅਜੀਬ ਜਿਹੀ ਹਲਚਲ ਪੈਦਾ ਹੋਈ। ਹੁਣ ਅਨੁਭਵ ਹੋਇਆ ਕਿ ਜਿਵੇਂ ਪਾਲਿਸ਼ ਕੀਤੇ ਚਿਹਰੇ ਤੋਂ ਪਾਲਿਸ਼ ਦੀ ਤਹਿ ਖੁਰਚ ਦਿੱਤੀ ਗਈ ਹੋਵੇ। ਅਸਲੀ ਵਿੱਚੋਂ ਨਕਲੀ ਘਟਾ ਦਿਓ ਤਾਂ ਭਿਆਨਕ ਜਿਹੀ ਮੁਹੱਬਤ ਟਪਕ ਪੈਂਦੀ ਹੈ। ਇਸ ਵਿੱਚ ਸੱਚਾਈ ਦਾ ਕੌੜਾਪਨ ਤਾਂ ਜ਼ਰੂਰ ਹੁੰਦਾ ਹੈ, ਪਰ ਲਾਭਦਾਇਕ ਹੀ, ਭਾਵੇਂ ਇਸ ਦੀ ਤਲਖੀ ਚੰਗੀ ਨਹੀਂ ਲੱਗਦੀ। ਮੈਂ ਸੰਭਲ ਕੇ ਕਿਹਾ, ਮੇਰੇ ਨਿੱਜੀ ਜੀਵਨ ਦਾ ਇਸ ਸੈਮੀਨਾਰ ਨਾਲ ਕੋਈ ਸੰਬੰਧ ਨਹੀਂ, ਤੇ ਆਪਣੀ ਜ਼ਬਾਨ ਵਿੱਚ ਹੋਰ ਤਿੱਖਾਪਣ ਪੈਦਾ ਕਰਕੇ ਕਿਹਾ, ਵੈਸੇ ਸ਼੍ਰੀਮਤੀ ਜੀ, ਮੈਂ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਮੈਂਬਰਾਂ ਨਾਲ ਇੰਨਾ ਡੂੰਘਾ ਸੰਬੰਧ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਇਨਸਾਨ ਦੀ ਸੁਭਾਵਿਕ ਕਮਜ਼ੋਰੀ ਹੈ ਕਿ ਜਦੋਂ ਵੀ ਉਸ ਨੂੰ ਅਜਿਹਾ ਮੌਕਾ ਮਿਲਦਾ ਹੈ ਕਿਸਮਤ ਨਾਲ, ਤਾਂ ਉਸ ਨੂੰ ਆਪਣੇ 'ਤੇ ਬਿਲਕੁਲ ਕਾਬੂ ਨਹੀਂ ਰਹਿੰਦਾ, ਭਾਵੇਂ ਬਾਅਦ ਵਿੱਚ ਉਹ ਕਿੰਨੀ ਦੇਰ ਪਛਤਾਉਂਦਾ ਰਹੇ। ਮੈਂ ਵੀ ਆਖਰ ਹੱਡ ਮਾਸ ਦਾ ਪੁਤਲਾ ਹੀ ਹਾਂ। ਆਦਮੀ ਦੇ ਅੰਦਰ ਦਾ ਜਾਨਵਰ ਕਦੀ ਕਦੀ ਉਸ ਨੂੰ ਖੂੰਖਾਰ ਬਣਾ ਦਿੰਦਾ। ਮੈਂ ਉਸ ਦਾ ਨਾਂ ਲੈਂਦੇ ਲੈਂਦੇ ਰੁਕ ਗਿਆ, ਕਿਉਂਕਿ ਉਸ ਦੇ ਨਾਂ ਨਾਲ ਕੁਝ ਯਾਦਾਂ ਜੁੜੀਆਂ ਹੋਈਆਂ ਸਨ ਅਤੇ ਮੈਂ ਉਹਨਾਂ ਨੂੰ ਖਰੀਦਣਾ ਨਹੀਂ ਸੀ ਚਾਹੁੰਦਾ। ਅਤੇ ਇਸ ਤੋਂ ਬਿਨਾਂ ਸੋਚਿਆ ਕਿ ਇੰਨੇ ਸਮੇਂ ਪਿੱਛੋਂ ਨਵੀਂ ਵਾਕਫੀਅਤ ਦਾ ਕੀ ਫਾਇਦਾ। ਪਰ ਮੈਂ ਉਧਾਰ ਲਾਉਣ 'ਤੇ ਤੁਲਿਆ ਹੋਇਆ ਸੀ। ਮੈਂ ਉਸ ਨੂੰ ਹੋਰ ਹਲੂਣਾ ਦਿੰਦੇ ਹੋਏ ਕਿਹਾ, ਮੈਂ ਵਿਆਹ ਨਹੀਂ ਕੀਤਾ ਸ਼੍ਰੀਮਤੀ ਜੀ। ਮਿਸਿਸ ਵਰਮਾ ਦੇ ਚਿਹਰੇ 'ਤੇ ਧੂੰਆਂ ਜਿਹਾ ਛਾ ਗਿਆ ਸੀ, ਜਿਵੇਂ ਕੋਈ ਦੌੜਿਆ ਹੋਇਆ ਮੁਜਰਮ ਅਚਾਨਕ ਫੜਿਆ ਜਾਵੇ। ਉਹਨਾਂ ਨੇ ਚਿਹਰੇ ਉੱਤੇ ਬਨਾਉਟੀ ਮੁਸਕਾਨ ਪੈਦਾ ਕਰਦੇ ਹੋਏ ਕਿਹਾ, ਤੁਸੀਂ ਬਿਲਕੁਲ ਨਹੀਂ ਬਦਲੇ। ਅਤੇ ਫਿਰ ਗੱਲ ਬਦਲਣ ਲਈ ਕਿਹਾ, ਹਾਂ, ਉਹ ਤੁਹਾਡਾ ਦੋਸਤ ਕੁਮਾਰ ਕਿੱਥੇ ਹੈ? ਮੈਂ ਚੁੱਪ ਰਿਹਾ। ਦਿਲ ਵਿੱਚ ਤਾਂ ਆਇਆ ਕਿ ਕਹਿ ਦੇਵਾਂ ਕਿ ਮੈਂ ਬਿਲਕੁਲ ਬਦਲ ਚੁੱਕਾ ਹਾਂ। ਜੇ ਬਦਲਿਆ ਨਾ ਹੁੰਦਾ ਤਾਂ ਅੱਜ ਭਰੀ ਮਹਿਫਲ ਵਿੱਚ ਤੁਹਾਡੇ ਦੋਵੇਂ ਹੱਥ ਫੜ ਕੇ ਪੁੱਛਦਾ, ਤੂੰ ਮੇਰੀ ਉਡੀਕ ਕਿਉਂ ਨਹੀਂ ਕੀਤੀ? ਪਰ ਇਹ ਸਭ ਵਿਅਰਥ ਸੀ। ਸਮੇਂ ਦੀ ਮੰਗ ਸੀ ਕਿ ਅਸੀਂ ਇੱਕ ਦੂਜੇ ਤੋਂ ਅਜਨਬੀ ਰਹੀਏ ਤਾਂ ਚੰਗਾ ਹੈ, ਨਹੀਂ ਤਾਂ ਮੇਰੀ ਉਸ ਨਾਲ ਪੁਨਰ ਵਾਕਫੀਅਤ ਇਸ ਉਮਰ ਵਿੱਚ ਵੀ ਉਸ ਦੇ ਵਿਆਹੁਤਾ ਜੀਵਨ ਨੂੰ ਦਾਗ ਲਾ ਸਕਦੀ ਸੀ। ਕੁਮਾਰ ਕਿੱਥੇ ਹੈ? ਉਸ ਦੇ ਸਵਾਲ ਵਿੱਚ ਬੀਤੇ ਦਿਨਾਂ ਦੀ ਇੱਕ ਕਹਾਣੀ ਛੁਪੀ ਹੋਈ ਸੀ। ਇਹ ਅਜੀਬ ਦੋਸਤ ਸੀ, ਮੇਰੇ ਲੰਗੋਟੀਆ ਦੋਵਾਂ ਦੇ ਵਿਚਕਾਰ ਦੀ ਇੱਕ ਘੜੀ। ਇੰਨਾ ਇਤਬਾਰ ਸੀ ਸਾਨੂੰ ਦੋਵਾਂ ਨੂੰ ਉਸ ਉੱਤੇ, ਜਿਵੇਂ ਉਸ ਦੀ ਇਸ ਮਿਹਰਬਾਨੀ ਦੇ ਪਿੱਛੇ ਉਸ ਦੀਆਂ ਨਿੱਜੀ ਖੁਆਇਸ਼ਾਂ ਵੀ ਛਿਪੀਆਂ ਹੋਈਆਂ ਸਨ। ਉਹ ਦੋਸਤੀ ਨੂੰ ਰੂਹਾਨੀ ਨਹੀਂ, ਇੱਕ ਪਦਾਰਥਕ ਜਜ਼ਬਾ ਮੰਨਦਾ ਸੀ, ਅਤੇ ਇਸ ਜਜ਼ਬੇ ਅਧੀਨ ਉਹ ਇਸ ਪਦਾਰਥਵਾਦ ਦੀ ਦੌੜ ਵਿੱਚ ਬਹੁਤਾ ਸਫਲ ਹੋਇਆ। ਮੇਰੇ ਫੌਜ ਤੋਂ ਵਾਪਸ ਆਉਣ 'ਤੇ ਉਸਨੇ ਇਸ ਘਟਨਾ ਦੀ ਸੂਚਨਾ ਇਸ ਤਰ੍ਹਾਂ ਦਿੱਤੀ ਸੀ ਜਿਵੇਂ ਇੱਕ ਖਿਡੌਣਾ ਵਿਕ ਗਿਆ ਹੋਵੇ ਅਤੇ ਮੈਂ ਕੋਈ ਹੋਰ ਖਰੀਦ ਲਵਾਂ। 10 ਕੁ ਸਾਲ ਪਹਿਲਾਂ ਉਹ ਮੈਨੂੰ ਮਿਲਿਆ ਸੀ। ਕੀ ਸ਼ਾਨ ਸੀ ਉਸਦੀ, ਚੰਗਾ ਵੱਡਾ ਠੇਕੇਦਾਰ ਸੀ। ਇਸੇ ਸਿਲਸਿਲੇ ਵਿੱਚ ਮੇਰੀ ਉਸ ਨਾਲ ਮੁਲਾਕਾਤ ਹੋਈ। ਮੈਂ ਸਰਕਾਰੀ ਤੌਰ 'ਤੇ ਉਸ ਕਮੇਟੀ ਦਾ ਮੈਂਬਰ ਸੀ ਜਿਸ ਨੇ ਠੇਕਾ ਮਨਜ਼ੂਰ ਕਰਨਾ ਸੀ, ਅਤੇ ਉਹ ਟੈਂਡਰ ਦੇਣ ਵਾਲਿਆਂ ਵਿੱਚੋਂ ਇੱਕ ਸੀ। ਉਸ ਦੇ ਰੇਟ ਵਾਜਬ ਸਨ। ਮਾਲ ਦਾ ਨਮੂਨਾ ਵੇਖਣ ਲਈ ਮੈਨੂੰ ਉਹਦੇ ਦਫ਼ਤਰ ਭੇਜਿਆ ਗਿਆ। ਰੱਬ ਜਾਣਦਾ ਹੈ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਇਸੇ ਕੁਮਾਰ ਦਾ ਦਫ਼ਤਰ ਹੈ, ਨਹੀਂ ਤਾਂ ਸ਼ਾਇਦ ਮੈਂ ਉੱਥੇ ਕਦੀ ਵੀ ਨਾ ਜਾਂਦਾ। ਮੈਂ ਸਰਕਾਰੀ ਕੰਮ ਲਈ ਗਲਤ ਆਦਮੀ ਨੂੰ ਮਿਲਣ ਆ ਗਿਆ ਹਾਂ। ਮਾਹੌਲ ਦੇ ਹਰ ਰੰਗ ਵਿੱਚ ਅਜਨਬੀਪਨ ਸੀ। ਕੁਮਾਰ ਤੇ ਮੈਂ ਉਸ ਨਾਟਕ ਦੇ 2 ਪਾਤਰ ਸਾਂ ਜਿਨ੍ਹਾਂ ਨੂੰ ਆਪਣੀ ਵਾਰਤਾਲਾਪ ਤੋਤੇ ਵਾਂਗ ਰਟੀ ਹੋਈ ਸੀ। ਉਸ ਨੇ ਦਰਵਾਜ਼ੇ 'ਤੇ ਮੇਰਾ ਇਸ ਤਰ੍ਹਾਂ ਸਵਾਗਤ ਕੀਤਾ ਜਿਵੇਂ ਮੈਂ ਬਹੁਤ ਵੱਡਾ ਆਦਮੀ ਹੋਵਾਂ। ਭਾਵੇਂ ਜਦੋਂ ਉਹ ਮੈਨੂੰ ਦਰਵਾਜ਼ੇ 'ਤੇ ਮਿਲਿਆ ਤਾਂ ਮੇਰਾ ਖਿਆਲ ਸੀ ਕਿ ਜਦੋਂ 2 ਦੋਸਤ ਇੰਨੀ ਦੇਰ ਪਿੱਛੋਂ ਮਿਲਦੇ ਨੇ ਤਾਂ ਉਹ ਬਹੁਤ ਜ਼ਰੂਰੀ ਕੰਮਾਂ ਨੂੰ ਵੀ ਪਿੱਛੇ ਪਾ ਕੇ ਬੀਤੇ ਦੀਆਂ ਕਹਾਣੀਆਂ ਹੀ ਦੁਹਰਾਉਂਦੇ ਨੇ, ਅਤੇ ਫਿਰ 15 ਸਾਲ ਦਾ ਸਮਾਂ ਵੀ ਕੋਈ ਘੱਟ ਨਹੀਂ ਹੁੰਦਾ। ਪਰ ਉਸ ਦਾ ਰਵੱਈਆ ਵੇਖ ਕੇ ਮੈਨੂੰ ਇੰਨੀ ਹੈਰਾਨੀ ਹੋਈ ਕਿ ਮੇਰਾ ਆਪਣਾ ਰਵੱਈਆ ਆਪਣੇ ਆਪ ਉਸੇ ਮਾਹੌਲ ਵਿੱਚ ਢਲ ਗਿਆ। ਉਸ ਦੇ ਕਰਮਚਾਰੀ ਅਤੇ ਦਫ਼ਤਰੀ ਅਮਲਾ ਵੀ ਢਹਿ ਢੇਰੀ ਹੁੰਦਾ ਜਾ ਰਿਹਾ ਸੀ। ਸ਼ਾਇਦ ਇਹਨਾਂ ਦੀ ਸਿਖਲਾਈ ਵੀ ਕੁਮਾਰ ਦੇ ਮਾਹਿਰ ਹੱਥਾਂ ਨੇ ਅਜਿਹੀ ਕੀਤੀ ਸੀ ਕਿ ਮੇਰੇ ਵਰਗਾ ਜਿਹੜਾ ਵੀ ਇਸ ਲਈ ਆਵੇ ਉਸ ਦੀ ਸੋਚ ਦੀ ਤਾਕਤ ਖੁਸ਼ਾਮਦ ਦੇ ਹਥੌੜੇ ਨਾਲ ਕੁੱਟ ਕੇ ਖ਼ਤਮ ਕਰ ਦਿੱਤੀ ਜਾਵੇ ਅਤੇ ਉਸ ਨੂੰ ਰਿਸ਼ਵਤ ਦੇ ਮਿਆਨ ਵਿੱਚ ਬੰਦ ਕਰਕੇ ਰੱਖ ਦਿੱਤਾ ਜਾਵੇ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਦੁਨੀਆ ਵਿੱਚ ਹਰ ਆਦਮੀ ਦੀ ਕੀਮਤ ਹੁੰਦੀ ਹੈ ਅਤੇ ਉਹ ਮੌਕਾ ਪ੍ਰਸਤ ਸੀ। ਪਰ ਫਾਰੂਨ ਨੂੰ ਕਦੀ ਨਾ ਕਦੀ ਮੂਸਾ ਨਾਲ ਵਾਸਤਾ ਪੈ ਹੀ ਜਾਂਦਾ ਹੈ, ਅਤੇ ਜਦੋਂ ਕੁਮਾਰ ਨੇ ਫਰਸ਼ ਤੱਕ ਝੁਕ ਕੇ ਸਲਾਮ ਕਰਦੇ ਹੋਏ ਨੇ ਕਿਹਾ, ਸਰ ਇੱਧਰ ਤਸ਼ਰੀਫ ਲੈ ਆਓ, ਤਾਂ ਮੈਂ ਉਸ ਵੱਲ ਧਿਆਨ ਨਾਲ ਵੇਖਿਆ ਸੀ। ਉਹ ਕੁਮਾਰ ਹੀ ਸੀ, ਪਰ ਕਿੰਨਾ ਵੱਖਰਾ। ਉਹ ਜੋ ਸਦਾ ਧੌਲ ਤੱਫੇ ਤੋਂ ਕੰਮ ਲੈਂਦਾ ਸੀ, ਹਮੇਸ਼ਾ ਗਾਲ ਕੱਢ ਕੇ ਗੱਲ ਕਰਦਾ ਸੀ, ਅੱਜ ਸਮੇਂ ਨੇ ਸਾਡੇ ਦੋਵਾਂ ਵਿਚਕਾਰ ਕਿੰਨਾ ਅਜਨਬੀਪਨ ਪੈਦਾ ਕਰ ਦਿੱਤਾ ਸੀ। ਦੋਵਾਂ ਦੀ ਗੱਲਬਾਤ ਵਿੱਚ ਸਰਾਸਰ ਬਨਾਵਟ ਸੀ, ਅਤੇ ਮੈਂ ਜੋ ਉਸ ਨਾਲ ਲਿਪਟ ਜਾਂਦਾ ਹੁੰਦਾ ਸਾਂ, ਅੱਜ ਢਿੱਲਾ ਢਿੱਲਾ ਜਿਹਾ ਹੱਥ ਵਧਾਇਆ ਅਤੇ ਮਸ਼ੀਨੀ ਅੰਦਾਜ਼ ਨਾਲ ਉਸ ਦੇ ਦਫ਼ਤਰ ਵਿੱਚ ਪਹੁੰਚਿਆ ਸਾਂ। ਤੁਸੀਂ ਕੀ ਪੀਓਗੇ ਸਰ? ਕੁਮਾਰ ਨੇ ਖੁਸ਼ਾਮਦ ਅਤੇ ਬੇਨਤੀ ਦੇ ਲਹਿਜੇ ਵਿੱਚ ਪੁੱਛਿਆ।
ਗਰਮ ਜਾਂ ਠੰਡਾ? ਕੁਮਾਰ ਗਰਮ ਸੀ ਤੇ ਸਰ ਠੰਡਾ। ਕੁਮਾਰ ਮੇਰਾ ਨਾਂ ਜਾਣਦਾ ਸੀ, ਮੈਨੂੰ ਪਛਾਣਦਾ ਸੀ, ਪਰ ਉਹ ਇਹ ਵੀ ਜਾਣਦਾ ਸੀ ਕਿ ਅਫਸਰ ਨੂੰ ਨਾਂ ਲੈ ਕੇ ਨਹੀਂ ਬੁਲਾਇਆ ਜਾਂਦਾ, ਸ਼ਾਇਦ ਬੁਰਾ ਬਣਾ ਜਾਂਦੇ, ਕਿਉਂਕਿ ਉਸ ਦੀ ਨਜ਼ਰ ਵਿੱਚ ਹਰ ਅਫਸਰ ਸਰ ਹੈ ਤੇ ਉਹ ਉਸ ਦਾ ਨੌਕਰ। ਵਪਾਰ ਤੇ ਦੋਸਤੀ ਦੋ ਵੱਖਰੇ ਵੱਖਰੇ ਖੇਤਰ ਨੇ ਤੇ ਇਹਨਾਂ ਨੂੰ ਇੱਕ ਪੱਧਰ ਤੇ ਲਿਆਉਣਾ ਗਲਤੀ ਹੈ, ਪਰ ਕਸੂਰ ਮੇਰਾ ਸੀ। ਮੈਂ ਹੁਣ ਤੱਕ ਉਸ ਨੂੰ ਕੁਮਾਰ ਸਮਝ ਰਿਹਾ ਸੀ, ਠੇਕੇਦਾਰ ਨਹੀਂ। ਭਾਵੇਂ ਸਰਕਾਰੀ ਤੌਰ ਤੇ ਮੇਰੀ ਸੋਚ ਵੀ ਭਿੰਨ ਹੋਣੀ ਚਾਹੀਦੀ ਸੀ। ਕੁਮਾਰ ਨੇ ਘੰਟੀ ਵਜਾਈ, ਸਤਿਕਾਰ ਨਾਲ ਅਰਦਲੀ ਦੇ ਅੰਦਰ ਆਉਣ ਤੋਂ ਪਹਿਲਾਂ ਸਵਾਲ ਪੁੱਛਿਆ, ਪਿਆਸ ਤਾਂ ਲੱਗੀ ਹੋਏਗੀ ਸਰ? ਮੈਂ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕੁਮਾਰ ਸੋਚਾਂ ਵਿੱਚ ਪੈ ਗਿਆ, ਕਿਉਂਕਿ ਨਿਕੰਮੇ ਤੇ ਫਜ਼ੂਲ ਮਾਲ ਨੂੰ ਪਾਸ ਕਰਵਾਉਣ ਦਾ ਉਸ ਦਾ ਪਹਿਲਾ ਵਾਰ ਖਾਲੀ ਗਿਆ ਸੀ। ਇਹਦੇ ਉਲਟ ਮੈਂ ਸੋਚ ਰਿਹਾ ਸਾਂ ਕਿ ਅਸੀਂ ਕਿੰਨੇ ਸਾਲ ਇਕੱਠੇ ਬਿਤਾਏ ਨੇ ਤੇ ਮੈਨੂੰ ਪਤਾ ਹੈ ਕਿ ਕੁਮਾਰ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਪਿਆ ਸਕਦਾ। ਅੱਜ ਇਹ ਉਲਟੀ ਗੰਗਾ ਕਿਵੇਂ ਵਗ ਰਹੀ ਹੈ, ਪਰ ਹਾਲਾਤ ਹਰੇਕ ਚੀਜ਼ ਨੂੰ ਉਲਟ ਪਲਟ ਕੇ ਰੱਖ ਦਿੰਦੇ ਆ, ਕਿਉਂਕਿ ਅੱਜ ਅਸੀਂ ਦੋਸਤ ਨਹੀਂ ਸੀ, ਅਫਸਰ ਤੇ ਠੇਕੇਦਾਰ ਸੀ, ਜਿਨ੍ਹਾਂ ਦੇ ਵਿਚਕਾਰ ਅਜਨਬੀਪਨ ਦੀ ਦੀਵਾਰ ਸੀ ਤੇ ਜਿਸ ਨੂੰ ਪਦਾਰਥਵਾਦ ਤੇ ਖੁਦਗਰਜੀ ਨੇ ਜਿੱਤਿਆ ਸੀ। ਜਦੋਂ ਰੁੱਖੇਪਨ ਨੇ ਉਸ ਦੀ ਅਸਫਲਤਾ ਯਕੀਨੀ ਬਣਾ ਦਿੱਤੀ ਤਾਂ ਸੁਣਿਆ ਏ ਉਸ ਦੇ ਵਾਕਫ ਨੇ ਹੈਰਾਨੀ ਨਾਲ ਪੁੱਛਿਆ ਸੀ, ਤੁਸੀਂ ਤਾਂ ਕਹਿੰਦੇ ਸੀ ਕਿ ਉਹ ਤੁਹਾਡਾ ਆਪਣਾ ਦੋਸਤ ਹੈ? ਤਾਂ ਕੁਮਾਰ ਨੇ ਨਫ਼ਰਤ ਭਰੇ ਲਹਿਜੇ ਵਿੱਚ ਕਿਹਾ ਸੀ, ਮੇਰਾ ਦੋਸਤ? ਉਹ ਆਪਣੇ ਆਪ ਤੋਂ ਬੇਗਾਨਾ ਹੈ, ਮੇਰਾ ਆਪਣਾ ਕਿਵੇਂ ਬਣੇਗਾ? ਮੈਂ ਜਦੋਂ ਵਾਪਸ ਮੁੜਿਆ ਤਾਂ ਬਹੁਤ ਉਦਾਸ ਸਾਂ, ਪਤਾ ਨਹੀਂ ਕਿਉਂ। ਮੇਰਾ ਮਨ ਸੰਤੁਸ਼ਟ ਸੀ ਪਰ ਦਿਲ ਬੇਚੈਨ। ਦੁਨੀਆ ਦੀ ਨਾਸ਼ਮਾਨਤਾ ਬਾਰੇ ਸੋਚਣ ਲੱਗ ਪਿਆ, ਆਖਰ ਜੋ ਅੱਜ ਹੈ ਉਹ ਕੱਲ੍ਹ ਕਿਉਂ ਨਹੀਂ? ਸ਼ਾਇਦ ਕੇਵਲ ਤਬਦੀਲੀ ਹੀ ਸਦੀਵੀ ਹੈ। ਮੈਂ ਆਪ ਅੱਜ ਉਹ ਨਹੀਂ ਜੋ ਕੱਲ੍ਹ ਸਾਂ, ਤੇ ਆਉਣ ਵਾਲਾ ਕੱਲ੍ਹ ਮੇਰੇ ਅੱਜ ਨੂੰ ਬਦਲ ਦੇਵੇਗਾ। ਇਸ ਭਰਪੂਰ ਦੁਨੀਆ ਵਿੱਚ ਮਨੋਵਿਗਿਆਨਿਕ ਤੌਰ 'ਤੇ ਆਦਮੀ ਇੱਕ ਐਸਾ ਨੁਕਤਾ ਹੈ ਜੋ ਲਕੀਰ ਦਾ ਹਿੱਸਾ ਤਾਂ ਹੈ, ਪਰ ਵਿਅਕਤੀਗਤ ਤੌਰ 'ਤੇ ਜਦੋਂ ਉਹ ਕਿਸੇ ਹੋਰ ਲਕੀਰ ਨਾਲ ਜਾ ਲੱਗਦਾ ਹੈ ਤਾਂ ਤਿਕੋਣ, ਆਇਤ, ਦਾਇਰਾ, ਵਰਗ ਇਹਨਾਂ ਦਾ ਹਿੱਸਾ ਬਣ ਜਾਂਦਾ ਹੈ। ਬਿਲਕੁਲ ਇਹੋ ਹਾਲਾਤ ਦੂਜੀਆਂ ਚੀਜ਼ਾਂ ਦੀ ਵੀ ਹੈ। ਉਦਾਹਰਨ ਵਜੋਂ ਸਰਕਾਰੀ ਤੌਰ 'ਤੇ ਜਿਸ ਮਕਾਨ ਵਿੱਚ ਮੈਂ ਰਹਿੰਦਾ ਉਹ ਇੱਕ ਬਹੁਤ ਵੱਡੀ ਜਹਾਜ਼ ਵਰਗੀ ਇਮਾਰਤ ਹੈ, ਕਿਉਂਕਿ ਇਸ ਰਿਹਾਇਸ਼ ਦਾ ਸੰਬੰਧ ਹੀ ਅਹੁਦੇ ਨਾਲ ਹੈ, ਜ਼ਰੂਰਤ ਨਾਲ ਨਹੀਂ ਹੈ। ਮੈਂ ਇਕੱਲਾ ਦਮ ਦਾ ਦਮ ਤੇ ਮਕਾਨ ਦੇ 20 ਕਮਰੇ, ਮੇਰੇ ਮਤਾਹਤ ਦੇ 6 ਬੱਚੇ ਤੇ ਇੱਕ ਕਮਰਾ। ਹਰ ਚੀਜ਼ ਸਮੇਂ ਦੇ ਸਮੁੰਦਰ ਵਿੱਚ ਤੈਰਦੀ ਹੈ, ਬੰਦਰਗਾਹ ਬਦਲ ਜਾਂਦੀ ਹੈ। ਇੱਕ ਦਿਨ ਇੱਕ ਸੱਜਣ ਆਏ, ਉਹ ਪਹਿਲਾਂ ਮੇਰੇ ਵਾਲੀ ਥਾਂ 'ਤੇ ਲੱਗੇ ਹੋਏ ਸਨ। ਜਦੋਂ ਉਹ ਮੇਰੇ ਬੈਠਣ ਵਾਲੇ ਕਮਰੇ ਵਿੱਚ ਗਏ ਤਾਂ ਕਹਿਣ ਲੱਗੇ, ਸਰ ਘਰ ਬਦਲਿਆ ਜਿਹਾ ਕਿਉਂ ਲੱਗ ਰਿਹਾ ਹੈ? ਇਉਂ ਲੱਗਦਾ ਹੈ ਮੈਂ ਕਦੀ ਇੱਥੇ ਰਿਹਾ ਹੀ ਨਹੀਂ, ਭਾਵੇਂ ਕਿ ਇਸ ਮਕਾਨ ਵਿੱਚ ਮੈਂ 4 ਸਾਲ ਬਿਤਾਏ ਨੇ। ਉਸ ਕਮਰੇ ਵਿੱਚ ਜਿੱਥੇ ਤੁਸੀਂ ਸੌਂਦੇ ਹੋ ਮੇਰਾ ਸਟੋਰ ਸੀ, ਤੁਹਾਡੇ ਬੈਠਣ ਵਾਲੇ ਇਸ ਕਮਰੇ ਵਿੱਚ ਮੇਰੇ ਬੱਚੇ ਸੌਂਦੇ ਸਨ। ਇਸੇ ਤਰ੍ਹਾਂ ਹੀ ਮੈਂ ਸੋਚਣ ਲੱਗਾ, ਸਿਰਫ ਆਦਮੀ ਨਹੀਂ ਬਦਲਦਾ, ਮਕਾਨ ਵੀ ਉਹਦੇ ਵਿੱਚ ਰਹਿਣ ਵਾਲੇ ਨੂੰ ਭੁੱਲ ਜਾਂਦਾ ਹੈ, ਅਤੇ ਕੁਝ ਸਾਲਾਂ ਪਿੱਛੋਂ ਸ਼ਾਇਦ ਇਹ ਮਕਾਨ ਮੈਨੂੰ ਵੀ ਨਾ ਪਛਾਣੇ ਅਤੇ ਮੈਂ ਵੀ ਫੇਰ ਕਦੀ ਆਵਾਂ ਤਾਂ ਹਰ ਦਰਵਾਜ਼ੇ ਖਿੜਕੀ ਨੂੰ ਹੈਰਾਨੀ ਨਾਲ ਵੇਖਾਂ, ਜੋ ਅੱਜ ਮੇਰੇ ਕਿੰਨੇ ਨੇੜੇ ਨੇ, ਜਿਨ੍ਹਾਂ ਦਾ ਹਰ ਕੋਨਾ ਮੇਰੇ ਪੈਰਾਂ ਨਾਲ ਗਿਣਿਆ ਮਿਥਿਆ ਹੈ, ਹਰ ਕੋਨਾ ਮੇਰੀਆਂ ਨਜ਼ਰਾਂ ਤੋਂ ਜਾਣੂ ਹੈ। ਪਰ ਸੱਚਾਈ ਇਹ ਹੈ ਕਿ ਸਰਾਂ ਅਤੇ ਵੇਸਵਾ ਨੇ ਕਦੇ ਕਿਸੇ ਗਾਹਕ ਨਾਲ ਪਿਆਰ ਨਹੀਂ ਕੀਤਾ। ਕਿ ਸਮੇਂ ਨਾਲ ਹਰ ਚੀਜ਼ ਨਹੀਂ ਬਦਲ ਜਾਂਦੀ? ਹੋਰ ਤਾਂ ਹੋਰ ਤੁਹਾਡੀ ਜਵਾਨੀ ਤੁਹਾਡੇ ਬੁਢਾਪੇ ਨੂੰ ਪਛਾਣਨ ਤੋਂ ਨਾ ਕਰ ਦਿੰਦੀ ਹੈ। ਪਿਛਲੇ ਦਿਨੀ ਮੈਨੂੰ ਇੱਕ ਐਸੇ ਸ਼ਹਿਰ ਜਾਣ ਦਾ ਮੌਕਾ ਮਿਲਿਆ ਜਿੱਥੇ ਕਈ ਸਾਲ ਪਹਿਲਾਂ ਮੈਂ ਆਪਣੀ ਜਵਾਨੀ ਅਤੇ ਅਧੇੜ ਉਮਰ ਦੇ 15 ਸਾਲ ਬਿਤਾਏ ਸਨ, ਜਿਸ ਦੇ ਚੱਪੇ ਚੱਪੇ 'ਤੇ ਮੇਰੀਆਂ ਝਾਕਾਂ ਦੇ ਪਰਛਾਵੇਂ ਸਨ। ਅੰਤਰਕਰਨ ਵਿੱਚ ਉਸ ਦੀ ਖੁਸ਼ਬੂ ਸੀ। ਜਦੋਂ ਮੈਂ 10 ਸਾਲ ਪਿੱਛੋਂ ਉੱਥੇ ਗਿਆ ਤਾਂ ਇਉਂ ਲੱਗਾ ਜਿਵੇਂ ਉੱਥੋਂ ਦੀਆਂ ਸੜਕਾਂ ਪੁੱਛ ਰਹੀਆਂ ਹੋਣ, ਪਰਦੇਸੀ ਕਿੱਥੋਂ ਆਇਆ ਹੈ, ਕਿੱਥੇ ਜਾਣਾ ਹੈ? ਮੈਂ ਕੀ ਜਵਾਬ ਦਿੰਦਾ? ਚਿੱਤ ਵਿੱਚ ਤਾਂ ਆਇਆ ਕਿ ਕਹਿ ਦੇਵਾਂ, ਜਰਾ ਮੈਨੂੰ ਸਮੇਂ ਦੀ ਧੂੜ ਝਾੜ ਲੈਣ ਦਿਓ, ਤੁਹਾਡੀ ਛਾਤੀ 'ਤੇ ਮੇਰੇ ਪੈਰਾਂ ਦੇ ਨਿਸ਼ਾਨ ਅਜੇ ਵੀ ਹੋਣਗੇ। ਪਰ ਸ਼ਾਇਦ ਉਹ ਮੇਰੇ ਦਿਲ ਦੀ ਗੱਲ ਬੁੱਝ ਗਈਆਂ, ਕਿਉਂਕਿ ਸੜਕ ਦੇ ਆਰ ਪਾਰ ਬਣੀਆਂ ਹੋਈਆਂ ਵਰਤਮਾਨ ਇਮਾਰਤਾਂ ਠੱਠਾ ਮਾਰ ਕੇ ਹੱਸ ਪਈਆਂ, ਜਿਵੇਂ ਕਹਿ ਰਹੀਆਂ ਹੋਣ, ਜਦੋਂ ਦੀ ਤੁਸੀਂ ਗੱਲ ਕਰਦੇ ਹੋ ਉਸ ਵੇਲੇ ਇੱਥੇ ਉਜਾੜ ਬੀਆਬਾਨ ਸੀ। 10 ਸਾਲਾਂ ਵਿੱਚ ਕੌਣ ਕਿਸੇ ਨੂੰ ਯਾਦ ਰੱਖਦਾ ਹੈ? ਉਸ ਸਮੇਂ ਦੀਆਂ 15-16 ਸਾਲ ਦੀਆਂ ਕੁਆਰੀਆਂ ਅੱਜ ਆਪਦੇ ਨੰਨੇ ਮੁੰਨਿਆਂ ਨੂੰ ਛਾਤੀ ਨਾਲ ਲਾਈ ਸਾਡੇ ਵਿੱਚ ਲੁਕੀਆਂ ਬੈਠੀਆਂ ਨੇ। ਫਿਰ ਇਉਂ ਲੱਗਿਆ ਜਿਵੇਂ ਉਹਨਾਂ ਦੇ ਬੁੱਲ੍ਹਾਂ 'ਤੇ ਚੰਚਲ ਮੁਸਕਰਾਹਟ ਹੋਵੇ ਅਤੇ ਮੈਨੂੰ ਸੁਣਾ ਕੇ ਕਹਿ ਰਹੀਆਂ ਹੋਣ ਕਿ ਤੁਹਾਡੇ ਸਮੇਂ ਦੇ ਜਵਾਨ ਲੋਕ, ਜਿਨ੍ਹਾਂ ਸ਼ਾਮ ਦੀ ਮਹਿਫਲ ਵਿੱਚ ਔਰਤ ਅਤੇ ਸ਼ਰਾਬ ਦੀ ਗੱਲ ਟੁਰਦੀ ਸੀ, ਹੁਣ ਨਵੀਂ ਨਸਲ ਤੋਂ ਪਰੇਸ਼ਾਨ ਨੇ, ਨੀਤੀ ਦੀ ਸਿੱਖਿਆ ਦਿੰਦੇ ਨੇ। ਉਹਨਾਂ ਨੂੰ ਆਪ ਨਹੀਂ ਪਤਾ ਕਿ ਉਹ ਕਿੱਥੇ ਦੇ ਕਿੱਥੇ ਪਹੁੰਚ ਗਏ, ਤੈਨੂੰ ਕਿੱਥੇ ਯਾਦ ਰੱਖਣਗੇ। ਇਹ ਨਾ ਭੁੱਲੋ ਕਿ ਹਰ ਪਲ ਬਾਅਦ ਆਦਮੀ
ਬੀਤੇ ਦਾ ਹਿੱਸਾ ਬਣਦਾ ਜਾ ਰਿਹਾ ਹੈ ਤੇ ਬੀਤਿਆ ਸਮਾਂ ਹਨੇਰ ਹੈ। ਮੈਂ ਝੁੰਝਲਾ ਕੇ ਸਿਰ ਦੇ ਵਾਲ ਖਿੱਚੇ ਤਾਂ ਗੰਜ ਤੋਂ ਪਿਛਾਂ ਥੋੜ੍ਹੇ ਜਿਹੇ ਵਾਲਾਂ ਦੇ ਗੁੱਛੇ ਵਿੱਚੋਂ ਕੁਝ ਧੌਲੇ ਮੇਰੇ ਨਹੁੰ ਵਿੱਚ ਫਸ ਗਏ, ਜਿਨ੍ਹਾਂ ਨੂੰ ਸਮੇਂ ਦੀ ਧੁੱਪ ਨੇ ਸਫੈਦ ਕੀਤਾ ਸੀ। ਨਹੀਂ ਤੇ ਜਵਾਨੀ ਦੀਆਂ ਕਾਲੀਆਂ ਕਰਤੂਤਾਂ ਇਨ੍ਹਾਂ ਹੀ ਸਿਆਹ ਕਾਲੇ ਵਾਲਾਂ ਦੀਆਂ ਘੁੰਘਰਾਲੀਆਂ ਜ਼ੁਲਫਾਂ ਨਾਲ ਜੁੜੀਆਂ ਹੋਈਆਂ ਸਨ। ਮੇਰਾ ਆਪਣਾ ਚਿਹਰਾ ਮੋਹਰਾ ਅਜਨਬੀ ਹੋ ਚੁੱਕਿਆ ਤੇ ਸੀ ਤਾਂ ਇਹ ਪੱਥਰ ਦੀਆਂ ਬਣੀਆਂ ਹੋਈਆਂ ਪੱਥਰ ਦਿਲ ਇਮਾਰਤਾਂ ਤੇ ਮੇਰੀਆਂ ਯਾਦਾਂ ਵਾਂਗ ਵਿੰਗੀਆਂ ਟੇਢੀਆਂ ਗਲੀਆਂ ਅਤੇ ਸੜਕਾਂ ਮੈਨੂੰ ਕਿਵੇਂ ਯਾਦ ਰੱਖਦੀਆਂ। ਅੱਜ ਮੈਂ ਦਫ਼ਤਰ ਵਿੱਚ ਇਕੱਲਾ ਬੈਠਾ ਹਾਂ, ਖੁਦ ਆਪਣੇ ਆਪ ਤੋਂ ਅਜਨਬੀ। ਕੋਈ 1000 ਆਦਮੀ ਮੇਰੇ ਦੋਸਤ ਨਹੀਂ, ਮਤਹਿਤ ਨੇ ਤੇ ਮਤਹਿਤ ਹਮਦਮ ਨਹੀਂ ਹੁੰਦੇ, ਕਿਉਂਕਿ ਉਹ ਤੁਹਾਨੂੰ ਭੁੱਲ ਚੁੱਕੇ ਨੇ ਤੇ ਤੁਸੀਂ ਉਹਨਾਂ ਨੂੰ। ਸਭ ਨੇ ਬੁਰਕੇ ਪਾਏ ਹੋਏ ਨੇ। ਮੰਗੇ ਹੋਏ ਸ਼ਬਦਾਂ ਨਾਲ ਅਸੀਂ ਗੱਲਾਂ ਕਰਦੇ ਹਾਂ, ਜਿਨ੍ਹਾਂ ਵਿੱਚ ਪਿਆਰ ਦੋਸਤੀ ਨਹੀਂ ਸਗੋਂ ਅਜਨਬੀਪਣ ਹੈ। ਅਤੇ ਇਸ ਪਦਾਰਥਵਾਦ ਦੇ ਦੌਰ ਵਿੱਚ ਜੇ ਮੈਂ ਵਿਆਹ ਕੀਤਾ ਹੁੰਦਾ ਤਾਂ ਮੈਂ ਉਸ ਉੱਤੇ ਹੈਰਾਨ ਨਾ ਹੁੰਦਾ। ਬਾਪ ਤੇ ਬੇਟੇ ਦਾ ਰਿਸ਼ਤਾ ਇੱਕ ਸਰੀਰਕ ਘਟਨਾ ਹੈ ਤੇ ਦੋਸਤੀ ਇੱਕ ਜਜ਼ਬਾਤੀ ਅਮਲ। ਇਸ ਸਮੇਂ ਜਦੋਂ ਹਰ ਆਦਮੀ ਮੈਂ ਦੀ ਪਕੜ ਵਿੱਚ ਹੈ, ਉਸ ਨੂੰ ਦੂਜੇ ਲਈ ਨਾ ਤਾਂ ਵੇਲ ਹੈ ਤੇ ਨਾ ਹੀ ਸਹਾਇਤਾ ਕਰਨ ਦੀ ਇੱਛਾ। ਹਾਲਾਤ ਦੇ ਅਧੀਨ ਹਰ ਆਦਮੀ ਆਪਣੇ ਆਪ ਤੋਂ ਬੇਗਾਨਾ ਹੈ। ਜੇ ਉਹ ਮੈਨੂੰ ਵੀ ਅਜਨਬੀ ਸਮਝਣ ਤਾਂ ਮਨ ਨੂੰ ਦੁਖੀ ਨਹੀਂ ਹੋਣਾ ਚਾਹੀਦਾ, ਸਗੋਂ ਸਮੇਂ ਦੀ ਆਵਾਜ਼ ਸੁਣ ਕੇ ਹਾਲਾਤ ਨਾਲ ਸਮਝੌਤਾ ਕਰਨਾ ਹੀ ਪੈਂਦਾ ਹੈ ਅਤੇ ਵੱਧਦੇ ਹੋਏ ਲੋਕ ਉਸ ਨੂੰ ਪਛਾਣਨ ਤੋਂ ਬਿਲਕੁਲ ਨਾ ਕਰ ਦਿੰਦੇ ਨੇ ਅਤੇ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਨਾ ਕੇਵਲ ਸਾਰੀ ਦੁਨੀਆ ਲਈ ਸਗੋਂ ਆਪਣੇ ਆਪ ਲਈ ਵੀ ਅਜਨਬੀ ਹੈ।